ਵਾਹਿਗੁਰੂ ਸਾਹਿਬ ਜੀਓ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨੋ ਇਕ ਦੀਨਾ। ਦੇਹੋ ਦਰਸ਼ ਨਾਨਕ ਬਲਿਹਾਰੀ, ਜੀੜਾ ਬਲ ਬਲ ਕੀਨਾ। ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੈ। ਹੋ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਿਰਪੰਤ ਹਰਿਯੰਗ ਮਤ ਤਤ ਗਿਆਨੰ, ਬਗ ਸਿੱਧ ਹੈ ਬੁੱਧਾ ਕੁਸ਼ਲ ਥਾਨੰ। ਬਸੰਤ ਰਿਖਯੰ ਤਿਆਗ ਮਾਨੰ, ਸ਼ੀਤਲੰਤ ਰਿਦਯੰ ਦ੍ਰਿੜ ਸੰਤ ਗਿਆਨੰ। ਰਹੰਤ ਜਨਮੰ ਹਰ ਦਰਸ਼ ਲੀਣਾ, ਬਾਜੰਤ ਨਾਨਕ ਸ਼ਬਦ ਬੀਣਾ। ਰਹੰਤ ਜਨਮੰ ਹਰ ਦਰਸ਼ ਲੀਣਾ, ਬਾਜੰਤ ਨਾਨਕ ਸ਼ਬਦ ਬੀਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਜੀ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰ ਰਹੇ ਸੀ। ਚੱਲ ਰਹੀ ਲੜੀਵਾਰ ਪੰਚਮ ਗੁਰਦੇਵ ਜੀ ਦੀ ਇਲਾਹੀ ਬਾਣੀ ਦੀ ਵਿਚਾਰ, ਇਸ ਦੇ ਅੰਤਰਗਤ ਜੋ ਆਪ ਜੀ ਨੇ ਅੱਜ ਪਾਵਨ ਪਵਿੱਤਰ ਸ਼ਲੋਕ ਸਰਵਣ ਕੀਤਾ ਹੈ, ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਵਿੱਤਰ ਸ਼ਲੋਕ ਦੇ ਅੰਦਰ ਉਪਦੇਸ਼ ਦ੍ਰਿੜ ਕਰਾਂਦੇ ਨੇ। ਜਿਸ ਮਨੁੱਖ ਦੇ ਉੱਪਰ ਪਰਮੇਸ਼ਵਰ ਜੀ ਦੀ ਕਿਰਪਾ ਹੋ ਜਾਏ, ਉਸ ਨੂੰ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤੇ ਗੁਰਦੇਵ ਕਹਿੰਦੇ ਨੇ, ਜਿਸ ਨੂੰ ਤਤ ਗਿਆਨ ਦੀ ਪ੍ਰਾਪਤੀ ਹੋ ਜਾਏ, ਉਹ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕਰ ਲੈਂਦਾ ਹੈ
ਖੌਮੇ ਨੂੰ, ਅਹੰਕਾਰ ਨੂੰ ਤਿਆਗ ਦਿੰਦਾ ਹੈ। ਤੇ ਜਿੱਥੇ ਉਹ ਖੌਮੇ ਨੂੰ, ਹੰਕਾਰ ਨੂੰ ਤਿਆਗ ਕੇ ਇਹਨਾਂ ਇੰਦਰੀਆਂ ਨੂੰ ਵਸ ਕਰ ਲੈਂਦਾ ਹੈ, ਉੱਥੇ ਮੇਰੇ ਮਾਲਕ ਦੀ ਕਿਰਪਾ ਨਾਲ ਉਹਦਾ ਹਿਰਦਾ ਬਿਲਕੁਲ ਸ਼ੀਤਲ, ਠੰਡਾ ਤੇ ਸ਼ਾਂਤ ਹੋ ਜਾਂਦਾ ਹੈ। ਜਿਸ ਉੱਪਰ ਮਾਲਕ ਦੀ ਕਿਰਪਾ ਹੋ ਜਾਏ ਉਸ ਨੂੰ ਤਤ ਦੀ ਪ੍ਰਾਪਤੀ ਹੈ। ਤੇ ਅਸਲ ਵਿੱਚ ਜੋ ਤਤ ਵਿੱਚ ਆਨੰਦ ਹੈ ਉਹ ਆਨੰਦ ਕਿਸੇ ਹੋਰ ਵਸਤੂ ਵਿੱਚ ਨਹੀਂ। ਗੁਰਦੇਵ ਨੇ ਤਤ ਗਿਆਨ ਦੇ ਬਾਰੇ ਬੇਅੰਤ ਬਚਨ ਕੀਤੇ ਬਾਣੀ ਵਿੱਚ। ਕਹਿੰਦੇ ਨੇ ਪਹਿਲੀ ਗੱਲ ਤਾਂ ਤਤ ਗਿਆਨ ਦੀ ਪ੍ਰਾਪਤੀ ਹੀ ਉਸ ਨੂੰ ਹੁੰਦੀ ਹੈ ਜਿਸ ਹਿਰਦੇ ਵਿੱਚ ਮੇਰੇ ਵਾਹਿਗੁਰੂ ਜੀ ਦੇ ਲਈ ਵਿਸ਼ਵਾਸ ਪੈਦਾ ਹੋ ਜਾਏ। ਜਿਸ ਮਨ ਵਿੱਚ ਗੁਰੂ ਲਈ, ਪ੍ਰਭੂ ਲਈ ਵਿਸ਼ਵਾਸ ਨਹੀਂ, ਭਰੋਸਾ ਨਹੀਂ, ਉਹਨੂੰ ਤਤ ਦੀ ਪ੍ਰਾਪਤੀ ਨਹੀਂ। ਸਾਹਿਬ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਸ ਦੇ ਹਿਰਦੇ ਵਿੱਚ ਸ਼ਰਧਾ, ਵਿਸ਼ਵਾਸ, ਯਕੀਨ ਤੇ ਭਰੋਸਾ ਹੈ, ਤੇ ਗੁਰਦੇਵ ਕਹਿੰਦੇ ਨੇ ਉਹਨੂੰ ਤਤ ਗਿਆਨ ਦੀ ਪ੍ਰਾਪਤੀ ਹੈ। ਸਾਹਿਬ ਨੇ ਬਾਣੀ ਵਿੱਚ ਬੜੇ ਕਮਾਲ ਦੀ ਉਦਾਹਰਨ ਦਿੱਤੀ ਤਤ ਬਾਰੇ। ਮਹਾਰਾਜ ਕਹਿੰਦੇ ਨੇ ਕੋਸ਼ਿਸ਼ ਤਾਂ ਸਾਰੇ ਕਰਦੇ ਨੇ ਕੁਝ ਪ੍ਰਾਪਤ ਹੋਵੇ, ਪਰ ਮਨਾ ਯਾਦ ਰੱਖੀ ਤਤ ਗਿਆਨ ਕਿਸੇ ਵਿਰਲੇ ਨੂੰ ਮਿਲਦਾ ਹੈ। ਗੁਰਦੇਵ ਨੇ ਉਦਾਹਰਨ ਦਿੱਤੀ ਬੜੀ ਸੋਹਣੀ। ਕਹਿਣ ਲੱਗੇ ਦੁੱਧ ਦੇ ਅੰਦਰ ਘਿਓ ਮੌਜੂਦ ਹੈ, ਦੁੱਧ ਦੇ ਵਿੱਚ ਮੱਖਣ ਹੈ, ਪਰ ਯਾਦ ਰੱਖਣਾ ਹਰ ਇੱਕ ਨੂੰ ਉਸ ਦੁੱਧ ਵਿੱਚੋਂ ਮੱਖਣ ਦੀ ਪ੍ਰਾਪਤੀ ਨਹੀਂ। ਮੱਖਣ ਜਿਹੜਾ ਉਹ ਦੁੱਧ ਦਾ ਤੱਤ ਹੈ, ਘਿਓ ਜਿਹੜਾ ਉਹ ਦੁੱਧ ਦਾ ਤੱਤ ਹੈ, ਪਰ ਉਸ ਤੱਤ ਦੀ, ਉਸ ਘਿਓ ਦੀ ਪ੍ਰਾਪਤੀ ਹਰ ਇੱਕ ਨੂੰ ਨਹੀਂ। ਗੁਰਦੇਵ ਕਹਿੰਦੇ ਨੇ ਪਿਆਰੇ, ਉਸ ਮੱਖਣ ਨੂੰ, ਘਿਓ ਨੂੰ ਪ੍ਰਾਪਤ ਕਰਨ ਲਈ, ਉਸ ਤੱਤ ਦੀ ਪ੍ਰਾਪਤੀ ਕਰਨ ਲਈ ਮਨੁੱਖ ਕਿੰਨਾ ਉਦਮ ਕਰਦਾ ਹੈ, ਕਿੰਨਾ ਪਰਿਸ਼ਰਮ ਕਰਦਾ ਹੈ, ਕਿੰਨੀ ਉਹ ਮਿਹਨਤ ਕਰਦਾ ਹੈ, ਤਾਂ ਕਿਤੇ ਜਾ ਕੇ ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਚਾਹੁੰਦਾ ਤਾਂ ਹਰ ਕੋਈ ਹੈ ਕਿ ਮੈਨੂੰ ਤਤ ਗਿਆਨ ਮਿਲ ਜਾਏ, ਪਰ ਮਿਲਦਾ ਉਹਨੂੰ ਹੈ ਜਿਨੇ ਗੁਰੂ ਕੀ ਕਿਰਪਾ ਨਾਲ ਕਮਾਈ ਕਰਨੀ ਆਰੰਭ ਦਿੱਤੀ। ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨ ਦਿੱਤੀ। ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਦੁੱਧ ਦੀ ਉਦਾਹਰਨ ਹੀ ਲੈ ਲਈ। ਸਾਹਿਬ ਕਹਿੰਦੇ ਨੇ ਮੱਖਣ ਦੀ ਪ੍ਰਾਪਤੀ ਐਵੇਂ ਨਹੀਂ। ਜਿਸ ਨੇ ਪਹਿਲਾਂ ਭਾਂਡੇ ਵਿੱਚ ਦੁੱਧ ਪਾਣਾ, ਦੁੱਧ ਬੜਾ ਕੀਮਤੀ ਹੈ, ਪਰ ਜਿਸ ਭਾਂਡੇ ਵਿੱਚ ਦੁੱਧ ਪਾਇਆ ਜਾਣਾ, ਦੁੱਧ ਚੋਣ ਤੋਂ ਪਹਿਲਾਂ, ਦੁੱਧ ਪਾਣ ਤੋਂ ਪਹਿਲਾਂ ਉਸ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ, ਮਾਂਜਿਆ ਜਾਂਦਾ ਹੈ, ਕੂਚਿਆ ਜਾਂਦਾ ਹੈ। ਤੇ ਗੁਰਦੇਵ ਇੱਥੋਂ ਤੱਕ ਬਚਨ ਕਰਦੇ ਨੇ, ਪਿੰਡਾਂ ਵਿੱਚ ਤਾਂ ਜਿਸ ਚਾਟੀ ਵਿੱਚ ਦੁੱਧ ਜਮਾਣਾ ਹੋਵੇ, ਜਿਸ ਭਾਂਡੇ ਵਿੱਚ ਦੁੱਧ ਪਾਣਾ ਹੋਵੇ, ਜੇ ਦੁੱਧ ਠੀਕ ਨਾ ਜੰਮੇ ਉਹਨੂੰ ਧੋ ਕੇ, ਕੂਚ ਕੇ, ਕਈ ਵਾਰੀ ਅੱਗ ਦੀ ਅੰਗਿਆਰੀ ਲੈ ਕੇ ਉਹਦੇ ਤੇ ਲਾਲ ਮਰਚਾਂ ਪਾ ਕੇ ਉਹਦੇ ਉੱਪਰ ਭਾਂਡੇ ਨੂੰ ਮੂਧਿਆਂ ਮਾਰ ਦਿੰਦੇ ਨੇ, ਮਰਚਾਂ ਦੀ ਧੂਣੀ ਦੇ ਕੇ ਭਾਂਡੇ ਨੂੰ ਸਾਫ਼ ਕਰਦੇ ਨੇ, ਕਿਉਂਕਿ ਉਹਦੇ ਅੰਦਰ ਦੇ ਉਹ ਕੀਟਾਣੂ ਖਤਮ ਹੋ ਜਾਣ ਜਿਹੜੇ ਦੁੱਧ ਨੂੰ ਜੰਮਣ ਨਹੀਂ ਦਿੰਦੇ ਪਏ। ਸਾਹਿਬ ਕਹਿੰਦੇ ਨੇ ਭਾਂਡਾ ਧੋਤਾ, ਉਹਨੂੰ ਧੂਪ ਦਿੱਤੀ, ਸਾਫ਼ ਕੀਤਾ, ਤਾਂ ਕਿਤੇ ਜਾ ਕੇ ਦੁੱਧ ਦੀ ਪ੍ਰਾਪਤੀ ਹੋਈ। ਸਾਹਿਬ ਕਹਿੰਦੇ ਨੇ ਮੈਲੇ ਭਾਂਡੇ ਵਿੱਚ ਦੁੱਧ ਕਿਵੇਂ ਟਿਕੇਗਾ, ਕਿਵੇਂ ਜੰਮੇਗਾ? ਪਹਿਲੀ ਗੱਲ, ਜੇ ਦੁੱਧ ਲੈਣ ਜਾਣੇ ਤਾਂ ਅੰਦਰ ਦੇ ਪਹਿਲਾਂ ਭਾਂਡੇ ਨੂੰ ਸਾਫ਼ ਕਰ, ਭਾਂਡੇ ਨੂੰ ਧੋ, ਇਹਨੂੰ ਧੂਪ ਦੇ ਕੇ ਇਹਦੇ ਅੰਦਰ ਦੇ ਕੀਟਾਣੂ ਮਾਰ ਦੇ। ਤੇ ਸਾਹਿਬ ਕਹਿੰਦੇ ਨੇ ਪਰਤ ਕੇ ਜਦੋਂ ਦੁੱਧ ਮਿਲ ਜਾਏ ਤੇ ਫਿਰ ਉਸ ਦੁੱਧ ਨੂੰ ਮਾਈਆਂ ਬੀਬੀਆਂ ਅੱਗ ਦੇ ਉੱਪਰ ਗਰਮ ਕਰਦੀਆਂ ਨੇ, ਕਾੜਨੀ ਵਿੱਚ ਰੱਖ ਦੇਣਾ। ਸਾਰਾ ਦਿਨ ਉਹ ਅੱਗ ਤੇ ਕੜੀ ਜਾਂਦਾ ਹੈ, ਤੇ ਜਦੋਂ ਸ਼ਾਮ ਤੱਕ ਉਹ ਦੁੱਧ ਕੜ ਜਾਏ ਤੇ ਰਾਤ ਨੂੰ ਸੌਣ ਲੱਗਿਆ ਉਹਨੂੰ ਜਾਗ ਲਾਈ ਜਾਂਦੀ ਏ, ਤੇ ਜਾਗ ਲਾਉਣ ਤੋਂ ਬਾਅਦ ਸਾਰੀ ਰਾਤ ਉਹਦੇ ਜੰਮਣ ਦੀ ਇੰਤਜ਼ਾਰ ਕੀਤੀ ਜਾਂਦੀ ਏ। ਤੇ ਮੇਰੇ ਗੁਰਦੇਵ ਕਹਿੰਦੇ ਨੇ ਦੇਖ ਤਤ ਦੀ ਪ੍ਰਾਪਤੀ ਐਵੇਂ ਨਹੀਂ। ਜਾਗ ਤੋਂ ਬਾਅਦ ਜਦੋਂ ਦੁੱਧ ਜੰਮ ਗਿਆ, ਦਹੀਂ ਬਣ ਗਿਆ, ਪਰਤ ਕੇ ਮਾਈ ਨੇ ਪ੍ਰਭਾਤ ਵੇਲੇ, ਅੰਮ੍ਰਿਤ ਵੇਲੇ ਲੱਕੜ ਦੀ ਮਧਾਣੀ ਲਈ ਤੇ ਆਪਣੇ ਹੱਥ ਨਾਲ ਅਟੀਆਂ ਪਕੜ ਕੇ ਉਹਨਾਂ ਲੱਕੜ ਦੀਆਂ ਗੁੱਲੀਆਂ ਨੂੰ, ਇੱਟੀਆਂ ਨੂੰ ਹੱਥ ਵਿੱਚ ਪਕੜ ਕੇ ਨੇਤਰਾ ਜਿਹੜਾ ਮਧਾਣੀ ਵਿੱਚ ਪਾਇਆ ਉਸ ਰੱਸੀ ਨੂੰ ਘੁਮਾਣਾ ਸ਼ੁਰੂ ਕਰ ਦਿੱਤਾ ਹੈ। ਕਿਤਨਾ ਸਮਾਂ ਉਹ ਦੁੱਧ ਰਿੜਕਦੀ ਏ, ਰਿੜਕਣ ਤੋਂ ਬਾਅਦ ਪਾਣੀ ਪਾ ਕੇ ਠੰਡਾ, ਕਿਤੇ ਜਾ ਕੇ ਫਿਰ ਉਹਨੂੰ ਤਤ ਦੀ ਮੱਖਣ ਦੀ ਪ੍ਰਾਪਤੀ ਹੁੰਦੀ। ਸਤਿਗੁਰੂ ਨੇ ਇਸੇ ਉਦਾਹਰਨ ਨੂੰ ਸਾਡੇ ਅੰਦਰ ਤੇ ਟੁਕਾ ਦਿੱਤਾ। ਸ਼ਬਦ ਅਸੀਂ ਬੜੀ ਵਾਰੀ ਪੜਿਆ ਤੇ ਗੁਰੂ ਨਾਨਕ ਬਾਬਾ ਜੀ ਦਾ ਸ਼ਬਦ ਹੈ ਤੇ ਰਾਗ ਸੂਹੀ ਦਾ ਪਹਿਲਾ ਹੀ ਇਹ ਸ਼ਬਦ ਹੈ। ਗੁਰਦੇਵ ਬਚਨ ਕਰਦੇ ਨੇ ਭਲਿਆ, ਜਿਵੇਂ ਇੱਕ ਦੁਨਿਆਵੀ ਮੱਖਣ ਲੈਣ ਦੇ ਲਈ
इतनी मेहनत उद्यम करना पैंदा है। ते जिन्हां ने ब्रह्म ज्ञान रूपी तत्त की प्राप्ति करनी है, जिन्हां नूं तत्त ज्ञान की लोच है, सब तो पहला वो अपने भांडे नूं, अपने अंदर दे भांडे नूं स्वच्छ करन, भांडे नूं साफ करन। गुरुदेव कहंदे ने फिर सेवा दी, फिर मेहनत दी सेवा दी, तू इहनूं धूणी दे, धूप दे, ते जदों ये भांडा साफ हो जाए, तू मेहनत दी सेवा दी धूणी दे दे, फिर शुभ कर्मां दा इहदे विच दुध पाई, शुभ कर्मां दा दुध पाई, फिर अपनी सुरत दे नाल इहनूं जाग ला देई, ते जदों सुरत जी जाग दे नाल गुरु की शब्द दी कमाई करेगा, सुरत दे नाल तू भलिया शब्द नूं कमाएगा। फिर याद रख, जिवें एक माई दुध रिड़कदी है, उहने मधाणी बनाई, तू याद रख अपनी जीभ नूं बना मधाणी दा फुੱਲ, ते जदों ओ दुध रिड़कदी है ते लकड़ दियां उहनां इट्टियां नूं हत्थों छड्डदी नहीं। ते याद रख, जे तू अंदर नूं रिड़कना चाहना है, अपने मन नूं बना लै लकड़ दियां इट्टियां, ते इन्ना घुट के मन नूं काबू विच कर लै। ज्यों ज्यों तू इहनूं रिड़केगा, मन नूं काबू रखेगा, ते रसना जिहड़ा फुੱਲ है मधाणी दा, ये रसना जिहड़ी जीभ फुੱਲ अंदर रिड़केगी, ते फिर देखी मेरे मालिक दी किरपा नाल तैनूं अमृत दी प्राप्ति होवेगी। सतगुरु ने बचन कीता, कहन लगे तत लेने तां भांडा धोए, बैस धूप देवो, तो दूध को जावो, पहला अंदर दे भांडे नूं धो। साध संगत, जिन्नी देर तक अंदर दा भांडा धुपदा नहीं, गुरु की कृपा अंदर टिकनी नहीं। बड़ी प्यारी एक घटना विद्वान सज्जन ने दिती। वो कहंदे ने भगत रविदास चमड़े दा कर्म करदे, चमड़े दियां जुत्तियां बना लियां, मरे पशुआं नूं धोना, पर अंदर प्रीतम दी दया, अंदर वाहिगुरू जी दी कृपा झरदी पई है। ते एक विद्वान लिखदा सज्जन कि एक सज्जन ने रोज उन्हां दे घर अगों लंघना ते कहना, रविदास ਜਿਹੜੀ आ किरपा तेरे ते वे, कि ये मैनू तू कुछ दे नहीं सकदा। ते भगत रविदास जी ने देखना भी ये गल्लां तां नाम दियां जरूर करदा है, चाहता अंदर कुछ मिल जाए, पर अंदर वाला भांडा जिहड़ा अत मलीन होया पिया है, ते चेते रखना मलीन भांडे दे विच गुरु दी कृपा नहीं टिकदी। सतगुरु ने बाणी विच भी कह बचन कीता, कहन लगे भांडा अत मलीन धोता हच्छा ना होए सी। जदों अत दा भांडा मैला होवे, बाहरों जितना मर्जी भांडे नूं धोई जा, जे अंदर ही भांडे दे हथ नहीं मारना ते बाहरों धोण दा लाभ की। उन्हें रोज कहना, रविदास कि जेड़ी कृपा तेरे ते मेरे ते नहीं हो सकदी। ते रविदास जी ने एक दिन फिर कह दिता, सजना कल नूं आई, तैनूं जरूर दसांगे कि तेरे ते कृपा हो सकदी है। ते ओ लिखदा विद्वान कि दूसरे दिन आया, ਉਹਦਾ ਕੰਮ ਸੀ ਲੋਕਾਂ ਦੇ ਘਰਾਂ ਵਿੱਚ ਦੁੱਧ ਵੇਚਣਾ। ਤੇ ਰਵਿਦਾਸ ਜੀ ਜਿਸ ਭਾਂਡੇ ਵਿੱਚ ਚਮੜੇ ਵਾਲਾ ਪਾਣੀ ਸੀ, ਜਾਂ ਜਿਸ ਭਾਂਡੇ ਵਿੱਚ ਪਾਣੀ ਪਾ ਕੇ ਚਮੜੇ ਨੂੰ ਭੇਂਦੇ ਸਨ, ਉਸ ਪਾਣੀ ਨੂੰ ਰੋੜ ਕੇ ਕਹਿਣ ਲੱਗੇ, ਸੱਜਣਾ ਅੱਜ ਤੂੰ ਆ ਦੁੱਧ ਨਾ ਮੇਰੇ ਇਸ ਭਾਂਡੇ ਵਿੱਚ ਪਾ ਜਾ, ਜਿਸ ਭਾਂਡੇ ਵਿੱਚ ਮੈਂ ਚਮੜਾ ਭੇ ਕੇ ਰੱਖਣਾ ਹੁੰਦਾ। ਤੇ ਦੁੱਧ ਪਾਣ ਵਾਲਾ ਕਹਿੰਦਾ, ਰਵਿਦਾਸ ਜੀ ਤੁਹਾਨੂੰ ਸਮਝ ਨਹੀਂ, भांडा इन्ना मैला ते दुध इहदे विच पवाना चाहते हो, दुध खराब हो जाएगा। रविदास जी कहन लगे, प्यारिया मैं जदों चाहना वा कि इस भांडे विच तू दुध पा दे, तू की लेना, भांडा जिहो जिहा मर्जी होवे, तैनूं ज्यादा पता कि दुध खराब होवेगा। ते उस दुध वेचण वाले ने कहा, भगत जी मेरा रोज दा काम है लोकां दे घरां दे अंदर जाके दुध वेचना, मैले भांडे विच दुध कदी भी टिकदा नहीं जे, खराब जरूर हुंदा है। कहन लगे, सुन प्यारिया तेरा काम है दुध वेचना, तैनूं तजर्बा है कि मैले भांडे विच कदी दुध नहीं टिकिया रहिंदा, खराब हो जाता है। ते मेरे जीवन का तजर्बा है, जे मैले भांडे विच दुध ने ठीक नहीं रहना, ते तू रोज जिस नाम दीयां गल्लां करना वो मैले खिरदे विच नहीं टिकदा हुंदा। पहला अंदर साफ कर, भांडा धोए, बैस धूप देवो, तो दूध को जावो। दूध कर्म, ਇਹਦਾ अर्थ कीता तू निष्काम कर्मां दा दुध इकट्ठा कर। दूध कर्म फुन सुरत समायन, अपनी सुरत दी जाग ला, होए निराश जमावो, ते दुनिया वालों उपराम होके ਇਹਦੇ ਤੋਂ ਉੱਪਰ ਉੱਠ के फिर इस दुध नूं तू जमाना कर। दूध कर्म फुन सुरत समायन, होए निराश जमावो,
जपो ता एको नाम अवर निराफल काम। ए मन ईटी हाथ करो, जिवें माइया ईटी दा अर्थ मैं अगे कीता है, ਉਹ ਲੱਕੜ ਦੇ ਛੋਟੇ ਛੋਟੇ ਟੁਕੜੇ ਗੁੱਲੀਆਂ ਜਿਨ੍ਹਾਂ ਨੂੰ ਮਾਈਆਂ ਰੱਸੀ ਨਾਲ ਨੇਤਰੇ ਨਾਲ ਬੰਨ ਕੇ ਦੁੱਧ ਰਿੜਕਦੀਆਂ ਨੇ। ਇਹ ਮਨ ਈਟੀ ਹਾਥ ਕਰੋ, ਜਿਵੇਂ ਦੁੱਧ ਰੜਕਣ ਲੱਗਿਆ ਮਾਈਆਂ ਆਪਣੇ ਹੱਥਾਂ ਵਿੱਚੋਂ ਲੱਕੜ ਦੀਆਂ ਇਟੀਆਂ ਨਹੀਂ ਛੱਡਦੀਆਂ। ਜਦੋਂ ਤੂੰ ਪਿਆਰੇ ਪਰਮੇਸ਼ਵਰ ਦਾ ਨਾਮ ਜਪਣਾ, ਇੰਨਾ ਕੁ ਸੁਚੇਤ ਹੋ ਕੇ ਬਈ ਕਿ ਇਸ ਮਨ ਨੂੰ ਭਟਕਣ ਨਾ ਦਈ, ਇਸ ਮਨ ਨੂੰ ਪਕੜ ਕੇ ਰੱਖੇ। ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋਂ ਨੀਂਦ ਨਾ ਆਵੇ। तू इन्ना कुछ सुचेत होके जप कि माया की नींद तेनू दबाए न, ये तेरे वास्ते नेत्रा बन जाएगा। तो साहब कहते फिर मिलेगा पता कि जदों तू आलस नू छड्ड देगा, जदों तू प्यारे मन नू काबू करेगा, भांडे नू धो के रखेगा, फिर मधानी दा फुल पता केड़ा है, जबान। रसना नाम जपो तब मथिया। जदों तू अपनी रसना दे नाल इनू मथेगा, रसना नाम जपो तब मथिया। इन बिद अमृत पावो। जदों रसना नाल गुरु गुरु करेगा, अंदर नू रिड़केगा, ते फिर तेनू तत् ज्ञान की प्राप्ति जरूर होगी, वो तत् अमृत जरूर मिलेगा। साध संगत रसना हर एक दी रिड़कदी है। मैं अर्ज कीती प्राप्ति किसे गुरमुख जानू हुंदी। हजूर ने बाणी विच बड़े प्यारे बचन कहे। भगत कबीर साहब दे श्लोक आउंदे ने, ਉਹ ਕਹਿੰਦੇ ਨੇ ਭਲਿਓ ਇਹ ਜ਼ਬਾਨ ਤਾਂ ਮਾਨੋ ਰਿੜਕਣ ਵਾਲੀ ਹੈ, ਇਹਦੇ ਨਾਲ ਤਾਂ ਆਪਾਂ ਰਿੜਕਣਾ। ਉਹਨਾਂ ਨੇ ਸਵਾਸਾਂ ਦੀ ਗੱਲ ਵੀ ਕੀਤੀ, ਕਹਿਣ ਲੱਗੇ ਸਵਾਸਾਂ ਨਾਲ ਅੰਦਰ ਨੂੰ ਰਿੜਕ। ਪਰ ਪਹਿਲੀ ਗੱਲ ਤਾਂ ਇਹ ਵੀ ਰਿੜਕਣ ਵਿੱਚ ਬੜਾ ਅੰਤਰ ਹੈ। ਜਿੰਨੇ ਦੁੱਧ ਇਕੱਠਾ ਕੀਤਾ ਉਹ ਤਾਂ ਰਿੜਕੇ ਮੁਬਾਰਕ ਹੈ, ਤੇ ਜਿੰਨੇ ਕੇਵਲ ਪਾਣੀ ਵਿੱਚ ਹੀ ਮਧਾਣੀ ਪਾ ਕੇ ਬੈਠਾ ਉਹ ਸਾਰੀ ਜ਼ਿੰਦਗੀ ਰਿੜਕਦਾ ਰਹਿ, ਪਾਣੀ ਪਾਣੀ ਰਹਿਣਾ, ਪਾਣੀ ਵਿੱਚੋਂ ਕਦੀ ਤੱਤ ਮੱਖਣ ਦੀ ਪ੍ਰਾਪਤੀ ਨਹੀਂ ਹੋਣੀ। सतगुरु कहते ने गुरमुख जदों भी करदा है, वह मधानी पांदा दुध विच, वो शुभ कर्मां नूं लैके गुरु के शब्द नूं लैके ਉਹ ਇਹਨਾਂ ਕਰਮਾਂ ਨੂੰ ਇਸ ਗੁਰੂ ਕੀ ਕਿਰਪਾ ਨੂੰ ਸ਼ਬਦ ਨੂੰ ਰਿੜਕਦਾ ਹੈ। ਤੇ ਜਿਹੜਾ ਮਨਮੁਖ ਬੰਦਾ ਹੈ ਮਧਾਣੀ ਉਹ ਵੀ ਪਾਉਂਦਾ ਹੈ, ਉਹ ਜ਼ਬਾਨ ਤੋਂ ਗੱਲਾਂ ਗਿਆਨ ਦੀਆਂ ਕਰਦਾ ਹੈ, ਹਿਰਦੇ ਵਿੱਚ ਮਲੀਨਤਾ ਤੇ ਕਪਟ। ਸਾਧ ਕਹਿਣ ਲੱਗੇ ਸੱਜਣਾ ਜ਼ਬਾਨ ਤੋਂ ਗਿਆਨ ਦੀਆਂ ਬਾਤਾਂ, ਹਿਰਦੇ ਵਿੱਚ ਕਪਟ ਹੋਵੇ ਤੇ ਸਾਰੀ ਜ਼ਿੰਦਗੀ ਭਾਵੇਂ ਤੂੰ ਇਹ ਕਰੀ ਜਾਈ, ਇਹ ਤਾਂ ਇਸ ਤਰ੍ਹਾਂ ਜਿਵੇਂ ਪਾਣੀ ਵਿੱਚ ਮਧਾਣੀ ਪਾ ਲਈ, ਉਹਦੇ ਵਿੱਚੋਂ ਕਦੀ ਤੱਤ ਦੀ ਪ੍ਰਾਪਤੀ ਨਹੀਂ। कबीर साहब ने बचन किया, कहने लगे हृदय कपट मुख ज्ञानी, झूठे कहां बलोवस पानी। ओ झूठिया मना तू सारी जिंदगी पानी रिड़के कुछ मिलेगा। कबीर साहब ने बचन किया, कहने लगे प्यारे देखो कबीर माया डोलनी पवन चकोलन हार। ਇਹਦਾ अर्थ विद्वाना ने किया जे तत् की प्राप्ति करनी है माया डोलनी आ सथूल शरीर माया रूप। कहने लगे ये डोलनी का अर्थ ये डोलना नहीं, इत्थे डोलनी का अर्थ मानो दुध की चाटी है, ये भांडा जिहदे विचों कुछ रिड़कना। कबीर माया डोलनी पवन झकोलन हार। इत्थे पवन का अर्थ श्वास, झकोलन हार का अर्थ रिड़कना। भलिया शरीर एक दुध का भांडा ही, तू अपने श्वासां नूं बना मधानी ते इन्हां श्वासां नूं मधानी बना के तू अंदर नूं रिड़कना शुरू कर दे। जदों तू वाहिगुरू वाहिगुरू कह के अंदर नूं रिड़केगा ते फिर देखी भलिया तैनूं इहदे विचों तत् ज्ञान की प्राप्ति होवेगी। किवें? कबीर माया डोलनी पवन झकोलन हार। पर जेड़े गुरमुख जन हिरदे दे भांडे नूं स्वश करके रिड़कदे ने, संतो माखन खाया छाछ पिया संसार। गुरमुख जन जेड़े ने माखन दर ते उन्हां नूं तत् ज्ञान की प्राप्ति हो गई। ते जेड़े संसारी लोग ने वह भी अपने श्वासां नूं व्यर्थ गवा दिंदे ने, वह केवल लस्सी तक सीमित रह गए। ते रब दे गुरमुख जन जेड़े ने वह तत् ज्ञान की प्राप्ति कर गए। अगला बचन बड़ा प्यारा उन्हां कीता, कहण लगे श्वास जेड़े रिड़कदे ने वह किहों जिहे होने चाहिए ने। भगत जी ने बचन किया, कबीर माया डोलनी पवन हवा हिवतार। कहण लगे जेड़े श्वास ने वह ठंडे, हिव दा अर्थ वैसे बर्फ है, ते विद्वान सज्जना दे इहदे अर्थ कीते ने नाम विच ठंडक है। प्यारे जेड़े गुरु की कृपा लैके नाम विच श्वास ठंडे हो गए ने, जदों इन्हां नाल तू अंदर नूं रिड़केगा ते फिर तैनूं तत् दी प्राप्ति जरूर होवेगी। साहब श्री गुरु अर्जन देव महाराज
ਅੱਜ ਕਿਰਪਾ ਕਰਦੇ ਨੇ। ਕਹਿੰਦੇ ਨੇ ਉਸ ਮਾਲਕ ਨੇ ਕਿਰਪਾ ਕੀਤੀ, ਉਹਦੀ ਕਿਰਪਾ ਦੇ ਨਾਲ ਤਤ ਗਿਆਨ ਦੀ ਪ੍ਰਾਪਤੀ ਹੋ ਗਈ। ਇਹੋ ਜਿਹਾ ਹਿਰਦਾ ਟਿਕਿਆ, ਹੁਣ ਇੰਦਰੇ ਬਾਹਰ ਨੂੰ ਭਟਕਦੇ ਨਹੀਂ, ਮਨ ਟਿਕ ਗਿਆ, ਅੰਦਰ ਸ਼ਾਂਤੀ ਹੈ, ਮਨ ਡੋਲਦਾ ਨਹੀਂ, ਹਿਰਦਾ ਬਿਲਕੁਲ ਸ਼ੀਤਲ ਹੋ ਚੁੱਕਾ ਹੈ। ਸਤਿਗੁਰੂ ਕੀ ਬਾਣੀ ਵਿੱਚ ਹੀ ਬਚਨ ਹੈ, ਇਹ ਇੰਦਰੇ ਗੁਰੂ ਕੀ ਕਿਰਪਾ ਨਾਲ ਫਿਰ ਟਿਕ ਗਏ ਨੇ। ਸਾਹਿਬ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਦੇ ਸ਼ਬਦ ਹੈ, ਰਾਗ ਸੋਰਠ ਦੇ ਅੰਦਰ ਬਚਨ ਕਰਦੇ ਨੇ, ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਨਿਆ, हे ਰੱਬ ਦੇ ਪਿਆਰੇ ਸੰਤ ਜਨੋ ਮਨ ਪਵਨੈ ਸੁਖ ਬਣਿਆ। ਪਵਨੈ ਦਾ ਅਰਥ ਇੱਥੇ ਕੀਤਾ ਜਿਹੜਾ ਕਦੀ ਟਿਕਦਾ ਨਹੀਂ। ਵੈਸੇ ਬਾਣੀ ਦਾ ਅੰਦਰ ਪਵਨ ਦੇ ਅਰਥ ਸਵਾਸ ਵੀ ਨੇ, ਪਵਨ ਦੇ ਅਰਥ ਜ਼ਿੰਦਗੀ ਦੀ ਆ ਜਿਹੜੀ ਰਫਤਾਰ ਹੈ, ਸਤਿਆ ਹੈ, ਪਰਮੇਸ਼ਵਰ ਵੀ ਇਹ ਵੀ ਨੇ। ਤੇ ਪਵਨ ਦਾ ਅਰਥ ਇੱਥੇ ਉਸ ਦੇ ਨਾਲ ਤੁਲਨਾ ਦਿੱਤੀ ਜਿਵੇਂ ਪਵਨ ਹਵਾ ਕਦੀ ਨਹੀਂ ਟਿਕਦੀ, ਇਸੇ ਤਰ੍ਹਾਂ ਰੱਬ ਦੇ ਪਿਆਰੇ ਸੰਤ ਜਣੋ ਮੇਰਾ ਮਨ ਕਦੀ ਨਹੀਂ ਸੀ ਟਿਕਦਾ, ਪਰ ਅੱਜ ਗੁਰੂ ਨੇ ਕਿਰਪਾ ਕਰ ਦਿੱਤੀ, ਮਨ ਟਿਕ ਗਿਆ। ਕਹਿਣ ਲੱਗੇ ਸੰਤੋ ਮਨ ਪਵਨੈ ਸੁਖ ਬਣਿਆ। ਹੁਣ ਪਵਨ ਵਰਗਾ ਤੜਪਣ ਵਾਲਾ ਮਨ ਜਿਹੜਾ ਇਹ ਟਿਕ ਗਿਆ, ਸੁਖ ਹੋ ਗਿਆ। ਤੇ ਕਿਵੇਂ ਕਿਛ ਜੋਗ ਪ੍ਰਾਪਤ ਗਨਿਆ, ਕਹਿਣ ਲੱਗੇ ਕੁਝ ਕੁ ਪ੍ਰਾਪਤੀ ਦੇ ਜੋਗ ਹੋ ਗਿਆ, ਇਹ ਮਨ ਹੁਣ ਟਿਕ ਗਿਆ। ਤੇ ਪੁੱਛੀਏ ਭਗਤ ਕਬੀਰ ਸਾਹਿਬ, ਜਿਹੜਾ ਮਨ ਪਵਨ ਦੀ ਤਰ੍ਹਾਂ ਭਟਕਦਾ ਸੀ, ਜਿਹੜਾ ਕਦੀ ਵੀ ਟਿਕਦਾ ਨਹੀਂ ਸੀ, ਇਹ ਕਿਵੇਂ ਟਿਕ ਗਿਆ? ਤੇ ਅੱਗੇ ਭਗਤ ਜੀ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੇ ਆਪਣੇ ਆਪ ਤਾਂ ਟਿਕਦਾ ਨਹੀਂ ਸੀ, ਜਿੱਦਨ ਪੂਰੇ ਸਤਿਗੁਰੂ ਕੇ ਚਰਨਾਂ ਵਿੱਚ ਜਾ ਕੇ ਨਮਸਕਾਰ ਕੀਤੀ ਤੇ ਮੇਰੇ ਗੁਰਦੇਵ ਨੇ ਸਿਰ ਤੇ ਹੱਥ ਰੱਖ ਕੇ ਮੈਨੂੰ ਉਹ ਕਮਜ਼ੋਰੀਆਂ ਦੱਸ ਦਿੱਤੀਆਂ ਜਿਨ੍ਹਾਂ ਕਰਕੇ ਮਨ ਦਿਨ ਰਾਤ ਭਟਕਦਾ ਰਹਿੰਦਾ ਸੀ। ਸੰਤੋ ਮਨ ਪਵਨੈ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ। ਹੁਣ ਕੀ ਹੋਇਆ? ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਪੂਰੇ ਸਤਿਗੁਰੂ ਨੇ ਮੋਰੀ ਦਾ ਅਰਥ ਉਹ ਕਮਜ਼ੋਰੀ ਦੱਸ ਦਿੱਤੀ, ਜਿਸ ਰਸਤੇ ਮੇਰੇ ਅੰਦਰ ਮਾਨੋ ਵਕਾਰ ਪ੍ਰਵੇਸ਼ ਕਰਦੇ ਸਨ ਤੇ ਜਿਵੇਂ ਮੇਰੇ ਇੰਦਰੇ ਬਾਹਰ ਭਟਕਦੇ ਸਨ, ਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਉਹ ਅੰਦਰ ਦੀ ਰਮਝ ਸਮਝਾ ਦਿੱਤੀ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਇਹ ਚੋਰੀ ਚੋਰੀ ਵਕਾਰ ਅੰਦਰ ਜਾਂਦੇ ਸਨ, ਗੁਰੂ ਦੀ ਕਿਰਪਾ ਨਾਲ ਹੁਣ ਮੂੰਦ ਲਿਏ ਦਰਵਾਜ਼ੇ, ਇਹਨਾਂ ਮੈਂ ਗਿਆਨ ਇੰਦਰੀਆਂ ਨੂੰ ਬੰਦ ਕਰ ਲਿਆ। ਤੇ ਅੱਗੇ ਤਾਂ ਅੰਦਰ ਮਾਇਆ ਦਾ ਸ਼ੋਰ ਸ਼ਰਾਬਾ, ਅੱਗੇ ਤਾਂ ਅੰਦਰ ਵਕਾਰਾਂ ਦੇ ਢੋਲ ਵੱਜਦੇ ਸਨ, ਹੁਣ ਗੁਰੂ ਨੇ ਕਿਰਪਾ ਕਰ ਦਿੱਤੀ, ਅੰਦਰ ਕੋਈ ਇਹੋ ਜਿਹਾ ਸ਼ਬਦ ਚੱਲਣ ਲੱਗ ਪਿਆ। ਅੱਗੇ ਬੋਲ ਕੇ ਸ਼ਬਦ ਪੜਦਾ ਸਾਂ, ਹੁਣ ਅੰਦਰ ਕਿਰਪਾ ਕਰ ਦਿੱਤੀ, ਬੋਲਦਾ ਨਹੀਂ ਪਰ ਅੰਦਰ ਇੱਕ ਰਸ ਜਿਹੜਾ ਨਿਰੰਤਰ ਉਹ ਸ਼ਬਦ ਚੱਲੀ ਜਾਂਦਾ ਹੈ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਮੂੰਦ ਲਿਏ ਦਰਵਾਜੇ, ਬਾਜੀ ਵਾਲੇ ਅਨਹਦ ਬਾਜੇ। ਕਹਿਣ ਲੱਗੇ ਹੁਣ ਇਹ ਦਰਵਾਜੇ ਮੁੰਦ ਲਏ ਨੇ, ਇਹਨਾਂ ਦਰਵਾਜ਼ਿਆਂ ਨੂੰ ਕਿਵੇਂ ਮੁੰਦਿਆ ਜਾਏ, ਕਿਵੇਂ ਇਹਨਾਂ ਨੂੰ ਮੁੰਦੀਏ? ਹੁਣ ਇੱਕ ਪਾਸੇ ਤਾਂ ਬਾਣੀ ਵਿੱਚ ਇਹ ਵੀ ਕਿਹਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ, ਬਕ ਧਿਆਨ ਲਗਾਇਓ, ਧਿਆਨ ਰੱਖਣਾ। ਉੱਥੇ ਵੀ ਦਰਵਾਜ਼ੇ ਬੰਦ ਕਰਨ ਦੀ ਗੱਲ ਕੀਤੀ, ਪਰ ਬਗਲ ਬਿਰਤੀ ਨਾਲ, ਬਗਲੇ ਵਾਲੀ ਬਿਰਤੀ ਨਾਲ ਨਹੀਂ। ਨੇਤਰ ਤਾਂ ਬਗਲਾ ਵੀ ਬੰਦ ਕਰਦਾ, ਪਰ ਅੰਦਰ ਜਿਹੜਾ ਉਹ ਕਪਟ ਨਾਲ ਭਰਪੂਰ ਹੈ। ਕਿਵੇਂ ਗੁਰੂ ਦੀ ਕਿਰਪਾ ਨਾਲ ਇਹ ਦਰਵਾਜ਼ੇ ਬੰਦ ਕਰੀਏ? ਤੇ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਵਿੱਚ ਇਸ ਸਵਾਲ ਦਾ ਉੱਤਰ ਦੇ ਦਿੱਤਾ। ਕਹਿਣ ਲੱਗੇ ਗੁਰਸਿੱਖਾ, ਆ ਗੁਰੂ ਕੇ ਬਚਨਾਂ ਨਾਲ ਤੈਨੂੰ ਸਮਝਾਵਾਂ, ਇਹ ਦਰਵਾਜ਼ੇ ਕਿਵੇਂ ਬੰਦ ਕਰਨੇ ਨੇ। ਦਰਵਾਜ਼ੇ ਨੇ ਨੇਤਰ, ਆ ਕੰਨ, ਇਹ ਜੇਬਾਂ, ਇੰਦਰੀ। ਤੇ ਗੁਰੂ ਅਰਜਨ ਸਾਹਿਬ ਨੇ ਕਮਾਲ ਦੇ ਬਚਨ ਕਹਿ, ਜੇ ਭਗਤ ਜੀ ਕਹਿੰਦੇ ਨੇ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ। ਮੂੰਦ ਲਿਏ ਦਰਵਾਜ਼ੇ, ਕਿਵੇਂ ਮੁੰਦ ਲੈ? ਤੇ ਗੁਰੂ ਅਰਜਨ ਪਿਤਾ ਜੀ ਕਹਿਣ ਲੱਗੇ ਮਿਥਿਆ ਨਾਹੀ ਰਸਨਾ ਪਰਸ। ਕਿਵੇਂ ਨਾ ਦਰਵਾਜ਼ਿਆਂ ਨੂੰ ਮੁੰਦਣਾ? ਮਨ ਮੈਂ ਪ੍ਰੀਤ ਨਿਰੰਜਨ ਦਰਸ। ਆਪਣੀ ਜ਼ਬਾਨ ਨੂੰ ਤੂੰ ਝੂਠ ਟਾਚੀ ਨਾ ਕਰਨ ਦੇ। ਇੱਕ ਗੱਲ ਸੋਚ ਲੈ ਵੀ ਮੇਰੇ ਵਾਹਿਗੁਰੂ ਜਿਹੜੀ ਤੂੰ ਰਸਨਾ ਦਿੱਤੀ ਹੈ, ਮੈਂ ਇਸ ਰਸਨਾ ਦੇ ਉੱਪਰ ਝੂਠ ਨਹੀਂ ਬਹਿਣ ਦੇਣਾ, ਇਸ ਰਸਨਾ ਦੇ ਉੱਪਰ ਮੈਂ ਆਪਣੇ ਗੁਰੂ ਕੇ ਸ਼ਬਦ ਨੂੰ ਟਿਕਾਣਾ। ਮਿਥਿਆ ਨਾਹੀ ਰਸਨਾ ਪਰਸ, ਮੂੰਦ ਲਿਏ ਦਰਵਾਜ਼ੇ, ਮਿਥਿਆ ਨਾਹੀ ਰਸਨਾ ਪਰਸ। ਮਨ ਮੈਂ ਪ੍ਰੀਤ ਨਿਰੰਜਨ ਦਰਸ। ਮਨ ਮੈਂ ਪ੍ਰੀਤ, ਜੇ ਪ੍ਰੀਤਮ ਨਹੀਂ ਨਾ ਮਿਲਿਆ, ਹਿਰਦੇ ਵਿੱਚ ਪ੍ਰੇਮ ਪੈਦਾ ਕਰ। ਮੈਂ ਆਪਣੇ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ। ਜੇ ਤੇਰੇ ਹਿਰਦੇ ਵਿੱਚ ਦਰਸ਼ਨ ਦੀ ਪਿਆਸ ਹੋਵੇਗੀ ਤੇ ਮੇਰਾ ਵਾਹਿਗੁਰੂ ਇੱਕ ਦਿਨ ਤੇਰੇ ਤੇ ਕਿਰਪਾ ਜ਼ਰੂਰ ਕਰੇਗਾ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਤੇ ਆ ਜਿਹੜੇ ਦਰਵਾਜ਼ੇ ਅੱਖਾਂ ਨੇ ਨਾ,
ਸਾਧ ਸੰਗਤ ਆਪ ਗੁਰਮੁਖ ਜਨ ਬੈਠੇ ਹੋ, ਅੰਦਰ ਦੇ ਮਨ ਨੂੰ ਭਟਕਾਉਣ ਵਿੱਚ ਸਭ ਤੋਂ ਜ਼ਿਆਦਾ, ਜੇ ਇੰਦਰੀਆਂ ਵਿੱਚੋਂ ਸਭ ਤੋਂ ਜ਼ਿਆਦਾ ਕੋਈ ਬਰਬਾਦੀ ਅੰਦਰ ਦੀ ਕਰਦਾ ਤੇ ਆ ਦੋ ਨੇਤਰ। ਕਿਉਂਕਿ ਜੋ ਕੁਝ ਇਹ ਦੇਖਦੇ ਨੇ ਇਹ ਤਸਵੀਰ ਮਨ ਨੂੰ ਦੇ ਦਿੰਦੇ ਨੇ। ਮਨ ਬੜਾ ਚੰਚਲ ਹੈ, ਇੰਨਾ ਚੰਚਲ ਹੈ, ਤਾਕਤ ਇਹਦੇ ਕੋਲ ਬੜੀ ਹੈ। ਜਿਵੇਂ ਹੁਣ ਕਿਤੇ ਕੋਈ ਕੈਮਰੇ ਨਾਲ ਫੋਟੋ ਖਿੱਚਦਾ ਹੈ ਨਾ, ਉਹ ਫੋਟੋ ਖਿੱਚ ਕੇ ਤਾਂ ਦੇ ਦਿੰਦਾ ਜਿੰਨੀ ਖਿੱਚੀ ਹੈ, ਤੇ ਉਹ ਨੈਗੇਟਿਵ ਆਪਣੇ ਕੋਲ ਰੱਖ ਲੈਂਦਾ। ਤੇ ਉਹ ਇੰਨਾ ਸਿਆਣਾ, ਕਹਿੰਦਾ ਤੂੰ ਫੋਟੋ ਬੇਸ਼ੱਕ ਮਰਜ਼ੀ ਲੈ ਜਾ, ਪਰ ਯਾਦ ਰੱਖੀ ਜਿੱਦਣ ਮੇਰਾ ਚਿੱਤ ਕੀਤਾ ਨੈਗੇਟਿਵ ਮੇਰੇ ਕੋਲ, ਮੈਂ ਪਰਚ ਕੇ ਫਿਰ ਮੂਰਤ ਬਣਾ ਲੈਣੀ। ਅੱਖਾਂ ਜਿਹੜੀਆਂ ਨੇ ਕੈਮਰਾ ਨੇ, ਇਹ ਤਸਵੀਰ ਖਿੱਚਦੀਆਂ ਨੇ, ਤੇ ਮਨ ਇੰਨਾ ਭੈੜਾ ਇਹ ਨੈਗੇਟਿਵ ਸਮਝ ਕੇ ਰੱਖ ਲੈਂਦਾ ਹੈ। ਜਿਹੜੀ ਸ਼ਕਲ ਦੇਖੀ ਉਹ ਤਾਂ ਅੱਖਾਂ ਤੋਂ ਦੂਰ ਹੋ ਗਈ, ਪਰ ਪਾਪੀ ਮਨ ਉਸ ਰੂਪ ਨੂੰ ਚੇਤੇ ਕਰ ਕਰਕੇ ਵਿਕਾਰ ਭੋਗੀ ਜਾਂਦਾ, ਕਿਉਂਕਿ ਉਹਨੇ ਨੈਗੇਟਿਵ ਸਮਝ ਕੇ ਰੱਖਿਆ। ਸਾਹਿਬ ਕਹਿੰਦੇ ਨੇ ਦੇਖ ਕਿਵੇਂ ਮੁੰਦਨੇ, ਪਹਿਲਾਂ ਰਸਨਾ ਨੂੰ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤੇਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਅਗਲਾ ਕੰਮ ਪਤਾ ਕਿਵੇਂ, ਕਰਨ ਨਾ ਸੁਣੇ ਕਾਹੂ ਕੀ ਨਿੰਦਾ। ਕਰਨੀ ਤਾਂ ਬੜੇ ਦੂਰ ਦੀ ਗੱਲ, ਮੇਰਾ ਗੁਰੂ ਕਹਿੰਦਾ ਤੂੰ ਨਿੰਦਿਆ ਸੁਣੀ ਵੀ ਨਾ। ਚੇਤੇ ਰੱਖਣਾ, ਕਰਨ ਨਾਲ ਵੀ ਅੰਦਰ ਮੈਲਾ ਹੁੰਦਾ ਹੈ ਤੇ ਸੁਣ ਨਾਲ ਵੀ ਅੰਦਰ ਮੈਲਾ ਹੁੰਦਾ ਜੇ। ਹੋ ਸਕਦਾ ਕੋਈ ਗੁਰਮੁਖ ਜਨ ਜਿਹਦਾ ਜੀਵਨ ਬੜਾ ਉੱਚਾ ਹੋਵੇ, ਮੈਂ ਉਦਾਹਰਨ ਸਿਰਫ ਦੇ ਰਿਹਾ, ਸਾਡੇ ਮਨ ਵਿੱਚ ਉਹਦੇ ਲਈ ਅਦਬ ਬਣਿਆ, ਪਰ ਜੇ ਕਿਸੇ ਕੋਈ ਉਹਦੇ ਨਾਲ ਈਰਖਾ ਕਰਦਾ ਹੋਵੇ ਤੇ ਉਹ ਐਵੇਂ ਈਰਖਾ ਵਿੱਚ ਆ ਕੇ ਨਿੰਦਿਆ ਕਰਦਾ ਵੀ ਇਹ ਬੜਾ ਮਾੜਾ ਹੈ। ਜਿਹੜਾ ਸਾਡੇ ਅੰਦਰ ਅਦਬ ਬਣਿਆ ਨਾ, ਚੇਤੇ ਰੱਖਿਓ ਜਦੋਂ ਵੀ ਸਾਹਮਣੇ ਆਏਗਾ ਇੱਕੋ ਦਮ ਗੱਲ ਖਟਕੇਗੀ, ਯਾਰ ਇਹਦੇ ਬਾਰੇ ਤਾਂ ਫਲਾਣੇ ਬੰਦੇ ਨੇ ਆਹ ਗੱਲ ਕਹੀ ਸੀ। ਗੁਰੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਭਲਿਆ ਨਿੰਦਿਆ ਕਰਨ ਵਾਲਿਆਂ ਦੀ ਸੇਵਾ ਵੀ ਥਾਏ ਨਹੀਂ ਪੈਂਦੀ। ਸਾਹਿਬ ਦਾ ਬਚਨ ਹੁੰਦਾ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਭਗਤ ਪਰਮਾਨੰਦ ਜੀ, ਤੈ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ, ਭੂਖੇ ਦਾਨ ਨਾ ਦੀਨਾ, ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਕਰ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਕਿਸੇ ਦੀ ਨਿੰਦਿਆ ਨਾ ਕਰੀ। ਭਾਈ ਗੁਰਦਾਸ ਕਹਿੰਦੇ ਨੇ, ਮੈਂ ਉਸ ਸਿੱਖ ਤੋਂ ਕੁਰਬਾਨ ਹੈ ਜਿਹੜਾ ਨਿੰਦਿਆ ਹੁੰਦੀ ਹੋਵੇ ਤੇ ਇੱਕੋ ਦਮ ਬੁਲਾ ਕੇ ਲੰਘ ਜਾਏ ਤੇ ਕਹੇ ਮੇਰੇ ਵਾਹਿਗੁਰੂ ਕੰਨੀ ਬੁੱਝੇ ਦਾਇਰਾ ਕੀਤੀ ਵਗੇ ਪੌਣ, ਮੇਰੇ ਕੰਨਾਂ ਵਿੱਚ ਆਵਾਜ਼ ਨਾ ਪਏ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਹਉ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ, ਪਰਾਈ ਨਿੰਦਿਆ ਸੁਣ ਕੇ ਪਿਛਾ ਹੋ ਜਾਏ। ਕਰਨ ਨਾ ਸੁਨੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੇ। ਜਦੋਂ ਤੂੰ ਇਸ ਤਰ੍ਹਾਂ ਇੰਦਰੀਆਂ ਨੂੰ ਕਾਬੂ ਕਰੇਗਾ, ਫਿਰ ਮੇਰਾ ਗੁਰੂ ਕਿਰਪਾ ਕਰਕੇ ਤੇਰੇ ਅੰਦਰ ਦੀ ਮੈਲ ਨੂੰ ਧੋ ਦੇਗਾ। ਗੁਰ ਪ੍ਰਸਾਦ ਵਿਖਿਆ ਪਰ ਹਰੇ, ਮਨ ਕੀ ਬਾਸਨਾ ਮਨ ਤੇ ਟਰੇ। ਤੇ ਫਿਰ ਜਦੋਂ ਮੂੰਦ ਲਈਏ ਦਰਵਾਜੇ ਹੁਣ ਕੀ ਹੋਇਆ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਕੋਟ ਮਦੇ ਕੋ ਐਸਾ ਅਪਰਸ। ਕਹਿੰਦੇ ਨੇ ਕਰੋੜਾਂ ਵਿੱਚੋਂ ਕੋਈ ਇਹੋ ਜਿਹਾ ਜੀਵਨ ਵਾਲਾ ਹੁੰਦਾ ਹੈ ਜਿਹਦੇ ਅੰਦਰ ਰੰਚਕ ਮਾਤਰ ਵੀ ਇਹਨਾਂ ਵਿਕਾਰਾਂ ਦੀ ਛੋਹ ਨਹੀਂ। ਭਗਤ ਨਾਮ ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਸੰਤੋ ਮਨ ਪਵਨੇ ਸੁਖ ਬਣਿਆ, ਕਿਛ ਜੋਗ ਪ੍ਰਾਪਤ ਗਣਿਆ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲਿਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ। ਹੁਣ ਕਿਉਂ ਜਿਹਾ ਵਾਜੇ ਵੱਜਦੇ ਨੇ, ਆ ਬਾਹਰ ਵੀ ਵਾਜੇ ਵੱਜਦੇ ਨੇ ਨਾ। ਗੁਰਦੇਵ ਨੇ ਤਾਂ ਹੀ ਤਾਂ ਕਿਆ ਕਹਿ ਲੱਗੇ, ਵਾਜੇ ਬੜੇ ਤੇ ਕਮਾਲ ਦੇ ਨੇ, ਆਉਂਦਿਆਂ ਸਾਰ ਬੰਦੇ ਨੂੰ ਮੋਹ ਲੈਂਦੇ ਨੇ। ਸਾਹਿਬ ਨੇ ਕਿਹਾ ਕਹਿ ਲੱਗੇ, ਵਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਇੱਥੇ ਤਾਂ ਵਕਾਰ ਆਕੜ ਆਕੜ ਕੇ ਨਿਕਲਦੇ ਨੇ, ਕਈ ਤਰ੍ਹਾਂ ਦੇ ਵਾਜੇ ਨੇ, ਪਰ ਜਦੋਂ ਗੁਰੂ ਮਿਹਰ ਕਰੇ, ਰਹਿਮਤ ਕਰੇ, ਇਹ ਵੈਸੇ ਹੈ ਮੰਨਣ ਵਾਲੀਆਂ ਚੀਜ਼ਾਂ। ਸਾਹਿਬ ਕਰੇ ਮੂੰਹ ਛੋਟਾ ਗੱਲ ਵੱਡੀ ਆਪਾਂ ਕਰ ਦਿੰਦੇ ਆ, ਅਸਲ ਵਿੱਚ ਇਹ ਵਾਜੇ ਵੀ ਗੁਰੂ ਦੀ ਕਿਰਪਾ ਨਾਲ ਹੀ ਨੇ। ਸਾਹਿਬ ਜੀ ਕਹਿਣ ਲੱਗੇ, ਹੁਣ ਅੰਦਰ ਨਿਰੰਤਰ ਅਨਹਦ ਦੀ ਧੁਨੀ ਹੈ ਜਿਹਦੀ ਹੱਦ ਕੋਈ ਨਹੀਂ, ਇੱਕ ਰਸ ਵੱਜਦਾ ਪਿਆ। ਸਾਹਿਬ ਕਹਿੰਦੇ ਨੇ ਫਿਰ ਜਦੋਂ ਇਸ ਦੀ ਕਿਰਪਾ ਹੋ ਜਾਏ ਗੁਰੂ ਦੀ, ਉਦੋਂ ਬੰਦਾ ਇੰਦਰੀਆਂ ਨੂੰ ਕਾਬੂ ਕਰਦਾ ਹੈ। ਤੇ ਅਗਲਾ ਬਚਨ ਕੀਤਾ, ਫਿਰ ਕਹਿੰਦੇ ਨੇ ਉਹਦਾ ਹਿਰਦਾ ਸ਼ਾਂਤ ਹੈ, ਅੰਦਰ ਉਹਦੇ ਟਿਕਾਓ ਵੇ, ਈਰਖਾ ਨਿੰਦਿਆ ਚੁਗਲੀ ਦਵੈਸ਼ ਦੀ ਅੱਗ ਤੋਂ ਬਚ ਗਿਆ। ਤੇ ਜਿਸ ਪ੍ਰੀਤਮ ਦੇ ਅਸੀਂ ਬਚਨ ਪੜ੍ਹਨੇ ਆ ਨਾ, ਉਸ ਗੁਰਦੇਵ ਨੇ ਕੇਵਲ ਕਿਹਾ ਨਹੀਂ, ਉਹਦਾ ਹਿਰਦਾ ਸ਼ਾਂਤ ਸੀ। ਮੇਰਾ ਗੁਰੂ ਆਪ ਠੰਡਾ ਹੈ, ਤਾਂ ਹੀ ਤਾਂ ਗੁਰਦੇਵ ਕਹਿੰਦੇ ਨੇ, ਗੁਰ ਦਾਤਾ ਗੁਰ ਹਿਵੈ ਘਰ ਦੀ, ਗੁਰ ਦੀਪਕ ਤਿਉ ਲੋਏ। ਮੇਰਾ ਗੁਰੂ ਤਾਂ ਬਰਫ਼ ਦਾ ਘਰ ਏ, ਠੰਡ ਦਾ ਘਰ ਏ।
ਤੇ ਇੰਨਾ ਠੰਡ ਦਾ ਘਰ ਏ, ਜੇ ਕੋਈ ਇਸ ਗੁਰੂ ਨੂੰ ਵੀ ਅੱਗ ਉੱਤੇ ਬਿਠਾਉਣ ਦੀ ਕੋਸ਼ਿਸ਼ ਕਰੇ, ਮੇਰੇ ਗੁਰੂ ਦੀ ਠੰਡ ਤਾਂ ਵੀ ਖਤਮ ਨਹੀਂ ਹੁੰਦੀ। ਇੱਕ ਅਦੀਬ ਨੇ ਬੜੀ ਪਿਆਰੀ ਘਟਨਾ ਕਹੀ। ਸਾਹਿਬ ਕਹਿੰਦੇ ਨੇ, ਜਦੋਂ ਤਤ ਦੀ ਪ੍ਰਾਪਤੀ ਹੋਈ, ਅੰਦਰ ਸ਼ਾਂਤ ਤੇ ਠੰਡਾ ਹੋ ਗਿਆ। ਮੇਰੇ ਹਜ਼ੂਰ ਤਤੀ ਤਵੀ ਤੇ ਬੈਠੇ ਨੇ ਸਾਹਿਬ ਪੰਚਮ ਪਿਤਾ ਜੀ, ਤੇ ਕਹਿੰਦੇ ਨੇ ਵਿਦਵਾਨ ਸੱਜਣਾ ਦੇ ਵਿਚਾਰ ਨੇ, ਕਹਿੰਦੇ ਨੇ ਅੱਗ ਤਪਦੀ ਪਈ ਸੀ, ਜੇਠ ਦਾ ਮਹੀਨਾ ਤਪਦਾ ਪਿਆ, ਲੋ ਤਪਦੀ ਪਈ ਏ, ਰੇਤ ਤਪਦੀ ਪਈ ਏ, ਤੇ ਸਾਈਂ ਮੀਆਂ ਮੀਰ ਆਇਆ ਤੇ ਜਦੋਂ ਮੇਰੇ ਪ੍ਰੀਤਮ ਦੇ ਦੀਦਾਰ ਕੀਤੇ, ਉਹ ਮੁਖੜਾ ਜਿਹੜਾ ਹਰਮੰਦਰ ਸਾਹਿਬ ਸਰੰਦਾ ਲੈ ਕੇ ਬਹਿੰਦਾ ਸੀ ਮੇਰੇ ਗੁਰੂ ਪਿਤਾ ਜੀ, ਤੇ ਜਿਹਦੇ ਮੁਖ ਵਿੱਚੋਂ ਇਹ ਬਚਨ ਨਿਕਲਦੇ ਸਨ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਦੇਖਿਆ ਇੰਨਾ ਹਿਰਦਾ ਠੰਡਾ, ਤਤੀ ਤਵੀ ਤੇ ਬੈਠੇ ਤੇ ਸਾਈਂ ਦੀਆਂ ਭੁੱਬਾਂ ਨਿਕਲ ਗਈਆਂ। ਮੈਂ ਅਰਜ਼ ਕਰ ਰਿਹਾ, ਜਿਹਦਾ ਅੰਦਰ ਤਤ ਗਿਆਨ ਦੀ ਪ੍ਰਾਪਤੀ ਹੈ ਪਿਆਰਿਓ, ਉਹਨੂੰ ਫਿਰ ਅੰਦਰ ਦੀ ਠੰਡ ਨੂੰ ਕੋਈ ਖੋਹ ਨਹੀਂ ਸਕਦਾ। ਸਾਹਿਬ ਬੈਠੇ ਤਤੀ ਤਵੀ ਤੇ, ਸਾਈਂ ਮੀਆਂ ਮੀਰ ਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ, ਦਾਤਿਆ ਇਹ ਕੀ ਕੌਤਕ? ਹਜ਼ੂਰ ਨੇ ਪ੍ਰੇਮ ਨਾਲ ਕਿਹਾ, ਕਹਿਣ ਲੱਗੇ, ਸਾਈਂ ਯਾਦ ਰੱਖ, ਅੱਜ ਗਰਮੀ ਅੱਤ ਦੀ, ਸੂਰਜ ਵੀ ਜੇਠ ਦੇ ਮਹੀਨੇ ਵਿੱਚ ਤਪਦਾ ਪਿਆ, ਅੱਗ ਵੀ ਤਪਦੀ ਪਈ ਏ, ਤਵੀ ਵੀ ਤਪਦੀ ਪਈ ਏ, ਇਹ ਬਾਲੂ ਇਹ ਰੇਤ ਵੀ ਤਪਦੀ ਪਈ ਏ। ਕੇਵਲ ਇਹ ਹੀ ਨਹੀਂ ਤਪਦੇ, ਚੰਦੂ ਵੀ ਅੰਦਰੋਂ ਤਪਦਾ ਪਿਆ, ਮੁਰਤਜਾ ਖਾਂ ਵੀ ਅੰਦਰੋਂ ਤਪਦਾ ਪਿਆ, ਜਹਾਂਗੀਰ ਵੀ ਅੰਦਰੋਂ ਤਪਦਾ ਪਿਆ। ਪਰ ਚੇਤੇ ਰੱਖਣਾ, ਜਹਾਂਗੀਰ ਗੁਰਦੇਵ ਦੀ ਸ਼ਹਾਦਤ ਦਾ ਹੁਕਮ ਦੇ ਕੇ ਆਪ ਕਸ਼ਮੀਰ ਨੂੰ ਚਲਾ ਗਿਆ ਸੀ। ਕਹਿਣ ਲੱਗੇ ਉਹ ਵੀ ਤਪਦਾ, ਉਹਨੂੰ ਠੰਡੇ ਥਾਵਾਂ ਤੇ ਜਾ ਕੇ ਵੀ ਤਪਸ਼ ਨਹੀਂ ਮਿਟੀ, ਸਾਰੇ ਤਪਦੇ ਪਏ ਨੇ। ਪਰ ਯਾਦ ਰੱਖੀ, ਗੁਰੂ ਰਾਮਦਾਸ ਦੇ ਸੁਪੁੱਤਰ ਗੁਰੂ ਅਰਜਨ ਸਾਹਿਬ ਦਾ ਹਿਰਦਾ ਤਤੀ ਤਵੀ ਤੇ ਬਹਿ ਕੇ ਵੀ ਸ਼ਾਂਤ ਠੰਡਾ। ਉਸ ਅਦੀਬ ਨੇ ਚਾਰ ਪੰਕਤੀਆਂ ਕਾਵ ਰਚਨਾ ਦੀਆਂ ਕਹੀਆਂ, ਮਨ ਨੂੰ ਬੜੀਆਂ ਲੱਗੀਆਂ। ਉਹ ਲਿਖਦਾ, ਚਾਰੋਂ ਤਰਫ ਅੱਗ ਬਰਸੇ, ਸੇਕ ਸੀ ਤਨ ਸਾਰ ਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿਠਾ ਹਾਲ ਆ ਜਦ ਯਾਰ ਦਾ, ਹੋ ਵਿਆਕੁਲ ਰੋ ਪਿਆ ਚੀਖੇ ਤੇ ਢਾਈ ਮਾਰਦਾ। ਸੁਣ ਸਤਿਗੁਰੂ ਕਹਾ, ਮੀਆਂ ਛੋੜੋ ਪ੍ਰੀਤੀ ਚਾਮ ਸੇ, क्या हुआ तन जल रहा है, हम शांत है हर नाम से। पर मेरे हिरदे ਨੂੰ ਵੇਖ, ਹਿਰਦੇ ਵਿੱਚ ਠੰਡ ਬੜੀ। ਉਹ ਠੰਡ ਕਿੱਥੋਂ ਮਿਲੀ? ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੀ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਉਹ ਠੰਡ ਕਿਵੇਂ ਮਿਲਦੀ ਏ? ਚੇਤੇ ਰੱਖਣਾ, ਠੰਡ ਦੀ ਰੁੱਤ ਆ ਨਿਕਲਣੀ ਹੈ, ਬਸੰਤ ਆਉਂਦੀ। ਗੁਰਦੇਵ ਨੇ ਕਮਾਲ ਦੇ ਬਚਨ ਕਹਿਣ ਲੱਗੇ, ਜੇ ਅੰਦਰ ਨਾਮ ਨਹੀਂ ਨਾ ਤੇ ਚੇਤੇ ਰੱਖੀ, ਬਸੰਤ ਦੀ ਰੁੱਤ ਵਿੱਚ ਵੀ ਲੋਕ ਸੜਦੇ ਹੁੰਦੇ ਨੇ। ਬਚਨ ਕੀਤਾ, ਨਾਨਕ ਤਿਨਾ ਬਸੰਤ ਹੈ, ਕਿਹੜੇ ਠੰਡੇ ਨੇ ਕਿਹੜੇ ਟਿਕੇ ਨੇ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੇ ਜਲੰਤ। ਜਿਹਦਾ ਅੰਦਰ ਠੰਡਾ, ਫਿਰ ਕਹਿੰਦਾ ਆ ਸਾੜ ਤਪੰਦਾ ਤਿਸ ਲੱਗਾ, ਹਰ ਨਾਹ ਨਾ ਜਿੰਨਾ ਪਾਸ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ ਤਪਸ਼ਤਾ ਉਹਨੂੰ। ਅੱਜ ਮੇਰੇ ਗੁਰਦੇਵ ਨੇ ਬਚਨ ਕੀਤਾ, ਕਹਿਣ ਲੱਗੇ, ਮੇਰੇ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਿਰਪੰਤ ਹਰਿਯੰ। ਉਸ ਹਰੀ ਵਾਹਿਗੁਰੂ ਜੀ ਨੇ ਕਿਰਪੰਤ ਦਾ ਅਰਥ ਜਦੋਂ ਕਿਰਪਾ ਕੀਤੀ, ਮਤ ਤਤ ਗਿਆਨ, ਮਤ ਤਤ ਗਿਆਨ, ਉਹਦੀ ਕਿਰਪਾ ਦੇ ਨਾਲ ਤਤ ਗਿਆਨ ਦੀ ਪ੍ਰਾਪਤੀ ਹੋ ਗਈ, ਤਤ ਗਿਆਨ ਮਿਲ ਗਿਆ। ਤੇ ਉਸ ਤਤ ਗਿਆਨ ਦੇ ਕੀ ਲੱਛਣ ਨੇ? ਸਾਹਿਬ ਕਹਿਣ ਲੱਗੇ, ਬਖਸ਼ਿਦਿਆ ਬੁੱਧਾ, ਆ ਜਿਹੜੀ ਬੁੱਧੀ ਹੈ ਨਾ, ਕਹਿਣ ਲੱਗੇ ਇਹਦੇ ਵਿੱਚ ਪੂਰਨ ਖਿੜਾਓ ਆਉਂਦਾ ਹੈ, ਇਹਦੇ ਅੰਦਰ ਪੂਰਾ ਖੇੜਾ ਹੈ। ਯਾਦ ਰੱਖਣਾ, ਕਈ ਵਾਰੀ ਚਿਹਰੇ ਖਿੜੇ ਹੋਏ ਦਿਸਦੇ ਨੇ, ਪਰ ਅੰਦਰ ਜਿਹੜੇ ਨੇ ਉਹ ਤਪੇ ਹੁੰਦੇ ਨੇ। ਜਿਹਨੂੰ ਤਤ ਗਿਆਨ ਦੀ ਪ੍ਰਾਪਤੀ, ਉਹਦੀ ਬੁੱਧੀ ਅੰਦਰ ਪੂਰਨ ਖਿੜਾ ਹੋਵੇ, ਤੇ ਖਿੜਦੇ ਉਹੀ ਜਿਹੜੇ ਪਹਿਲਾਂ ਭਰਪੂਰ ਹੋ ਜਾਣ। ਖੇੜਾ ਕੇਵਲ ਉਹਨਾਂ ਤੇ ਵੀ ਜਿਹੜੇ ਭਰਪੂਰ ਨੇ। ਆ ਫੁੱਲ ਖਿੜਦਾ, ਚੇਤੇ ਰੱਖਣਾ, ਫੁੱਲ ਤੇ ਵੀ ਖੇੜਾ ਉਦੋਂ ਨੇ ਜਿੱਦਣ ਮਹਿਕ ਨਾਲ ਭਰਪੂਰ ਹੈ। ਜਿੰਨੀ ਦੇਰ ਤੱਕ ਇਹ ਭਰਪੂਰ ਨਹੀਂ, ਉਦੋਂ ਪਹਿਲਾਂ ਖਿੜਦਾ ਵੀ ਨਹੀਂ। ਖੇੜੇ ਉਹਨਾਂ ਤੇ ਜਿਹੜੇ ਅੰਦਰੋਂ ਪਹਿਲਾਂ ਭਰਪੂਰ ਨੇ। ਬਖਸ਼ਿਦਿਆ ਬੁੱਧਾ ਕੁਸ਼ਲ ਥਾਨੰਗ, ਕੁਸ਼ਲਦਾਰ ਤੇ ਸੁਖ, ਉਹਨਾਂ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿੱਥੇ ਇੰਨਾ ਕੁ ਸੁਖ ਹੈ, ਤੇ ਜਿੱਥੇ ਫਿਰ ਜਗਿਆਸੂ ਕਹਿੰਦਾ, ਮਾਈ ਮੇਰਾ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਹਿਰਦਾ ਜਿਹੜਾ ਸੁਖ ਨਾਲ ਭਰਪੂਰ ਹੋ ਗਿਆ।
ਸਾਹਿਬ ਜੀ ਕਹਿੰਦੇ ਨੇ, ਅਗਲਾ ਬਚਨ ਕਰਦੇ ਨੇ, ਖੇ ਪਿਆਰੇ ਬਸ ਅੰਤ ਰਿਖਿੰਗ, ਉਹਨੇ ਬਸ ਕਰ ਲਿਆ। ਰਿਖਿੰਗ ਦਾ ਅਰਥ ਇਹਨਾਂ ਇੰਦਰੀਆਂ ਨੂੰ, ਉਹਦੇ ਇੰਦਰੀ ਹੁਣ ਭਟਕਦੇ ਨਹੀਂ, ਕਾਬੂ ਕੀਤੇ ਹੋਏ ਨੇ। ਤਿਆਗ ਮਾਨਗ, ਤੇ ਅੰਦਰ ਦੇ ਹੰਕਾਰ ਨੂੰ ਉਹਨੇ ਤਿਆਗ ਦਿੱਤਾ ਹੈ। ਹੰਕਾਰ ਉਹਦੇ ਨੇੜੇ ਝੁਕਦਾ ਨਹੀਂ, ਹੰਕਾਰ ਤੋਂ ਉਹ ਉੱਪਰ ਉੱਠ ਗਿਆ। ਸਾਹਿਬ ਜੀ ਬਚਨ ਕਰਦੇ ਨੇ, ਫਿਰ ਜਿੱਥੇ ਹੰਕਾਰ ਛੱਡਿਆ ਉੱਥੇ ਪਿਆਰੇ ਸ਼ੀਤਲੰਤ ਰਿਦਿਅੰਗ, ਉਹਦਾ ਜਿਹੜਾ ਹਿਰਦਾ ਹੈ ਨਾ, ਉਹ ਬਿਲਕੁਲ ਸ਼ੀਤਲ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ। ਹਿਰਦੇ ਦੇ ਅੰਦਰ ਪੂਰਨ ਟਿਕਾਓ ਵੇ। ਫਿਰ ਉਹ ਕਹਿੰਦਾ, ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਨਹਦ ਤੂਰੇ। ਹੁਣ ਉਹਦੇ ਅੰਦਰ ਪੂਰਨ ਸੁਖ ਹੈ, ਅੰਦਰ ਸ਼ੀਤਲਤਾਈ ਆ ਗਈ। ਸਾਹਿਬ ਕਹਿੰਦੇ ਨੇ, ਅੱਗੇ ਬਚਨ ਕਰਦੇ ਨੇ, ਦਿੜ ਸੰਤ ਗਿਆਨੰਗ, ਉਹਨੇ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ, ਉਸ ਸੰਗਤ ਵਿੱਚੋਂ ਇਸ ਗਿਆਨ ਨੂੰ ਦ੍ਰਿੜ ਕਰ ਲਿਆ। ਜਦੋਂ ਕੋਈ ਗੁਰਮੁਖ ਦੀ, ਮਹਾਂਪੁਰਸ਼ ਦੀ, ਜਪਣ ਵਾਲੇ ਦੀ ਸੰਗਤ ਕਰਦਾ ਹੈ, ਉਹਦੇ ਹਿਰਦੇ ਅੰਦਰ ਵੀ ਉਹ ਅਡੋਲਤਾ ਆਉਂਦੀ ਹੈ, ਉਹ ਦ੍ਰਿੜਤਾ ਆਉਂਦੀ ਹੈ। ਪਰ ਹਾਂ, ਜੇ ਕਿਤੇ ਕੋਈ ਉਹ ਬ੍ਰਹਮ ਗਿਆਨੀ ਹੋਵੇ, ਜੇ ਕਿਤੇ ਆਪ ਉਹਨੂੰ ਪਹਿਲਾਂ ਕਿਰਪਾ ਮਿਲੀ ਹੋਵੇ, ਸਤਿਗੁਰੂ ਨੇ ਪ੍ਰਭੂ ਨਾਲ ਮਿਲਣ ਦੇ ਰਸਤੇ ਹੀ ਇਹ ਦੱਸੇ ਨੇ। ਸਾਹਿਬ ਕਹਿੰਦੇ ਨੇ, ਜਿਹਦੇ ਤੇ ਗੁਰੂ ਦੀ ਕਿਰਪਾ ਹੈ ਨਾ, ਉਹਨੂੰ ਗੁਰੂ ਦੇ ਬਖਸ਼ੇ ਹੋਏ ਦੀ ਸੰਗਤ ਮਿਲਦੀ ਹੈ। ਜਿਹਨੂੰ ਬਖਸ਼ੇ ਹੋਏ ਦੀ ਸੰਗਤ ਮਿਲਦੀ ਹੈ, ਫਿਰ ਉਹ ਗੁਰੂ ਦੇ ਨੇੜੇ ਆਉਂਦਾ ਹੈ। ਤੇ ਜਿਹਨੂੰ ਪਿਆਰੇ ਗੁਰੂ ਦੀ ਸੰਗਤ ਮਿਲ ਜਾਏ, ਉਹਨੂੰ ਪਿਆਰੇ ਵਾਹਿਗੁਰੂ ਦੀ ਸੰਗਤ ਮਿਲਦੀ, ਪ੍ਰੀਤਮ ਦੇ ਚਰਨਾਂ ਵਿੱਚ ਲੀਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਨੇ ਉਪਮਾ ਹੀ ਤਿੰਨਾਂ ਦੀ ਕੀਤੀ, ਭਾਵੇਂ ਹੈਣ ਵਿੱਚੋਂ ਇਹ ਸਾਰੇ ਇੱਕ ਹੀ। ਇੱਕ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ, ਦੂਸਰੀ ਪੂਰੇ ਗੁਰੂ ਦੀ ਜਿਹੜੇ ਵਾਹਿਗੁਰੂ ਨਾਲ ਮਿਲਾਉਂਦੇ ਨੇ, ਤੇ ਤੀਸਰੀ ਉਸ ਗੁਰਮੁਖ ਪਿਆਰੇ ਦੀ ਜਿਹੜਾ ਗੁਰਮੁਖ ਪਿਆਰਾ ਗੁਰੂ ਕੇ ਚਰਨਾਂ ਨਾਲ ਜੁੜ ਕੇ ਰੋਮ ਰੋਮ ਨਾਮ ਪਿਆ ਜਪਦਾ ਹੈ। ਇਹੀ ਬਚਨ ਮੇਰੇ ਗੁਰੂ ਕਲਗੀ ਵਾਲੇ ਨੇ ਕਹੇ ਤੇ ਭਾਈ ਨੰਦ ਲਾਲ ਨੂੰ ਕਿਹਾ। ਕਹਿਣ ਲੱਗੇ, ਭਾਈ ਨੰਦ ਲਾਲ, ਮੇਰੇ 3 ਰੂਪ ਨੇ, ਪਰ ਯਾਦ ਰੱਖੀ ਪਛਾਣਨ ਵਾਲੀ ਅੱਖ ਕੋਈ ਵਿਰਲੀ ਹੋਵੇਗੀ। ਸਰਬਲੋ ਵਿੱਚ ਵੀ ਕਿਹਾ ਸਾਹਿਬ ਨੇ, ਆਤਮ ਰਸ ਜਿਨ ਜਾਣਿਆ ਸੋ ਹੈ ਖਾਲਸ ਦੇਵ। ਕਹਿਣ ਲੱਗੇ, ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਹੀਂ, ਭੇਦ ਸਾਡੇ ਤਿੰਨਾਂ ਵਿੱਚ ਕੋਈ ਅੰਤਰ ਨਹੀਂ। ਤੇ ਭਾਈ ਨੰਦ ਲਾਲ ਨੂੰ ਕਹਿਣ ਲੱਗੇ, ਦੇਖ ਸਾਹਿਬ ਕਹਿਣ ਲੱਗੇ, ਅੱਜ ਬਚਨ ਕਰਦੇ ਨੇ, ਦਿਰੜ ਸੰਤ ਗਿਆਨ। ਭਾਈ ਨੰਦ ਲਾਲ ਲਈ ਬਚਨ ਕੀਤਾ, 3 ਰੂਪ ਹੈ ਮੋਏ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ। ਇੱਕ ਰੂਪ ਤਿਉ ਗੁਣਤੈ ਪਰੈ, ਨੇਤ ਨੇਤ ਜੇ ਨਿਗਮ ਉਚਰੈ। ਤੇ ਦੂਸਰਾ ਰੂਪ ਕਿਹੜਾ? ਦੂਸਰਾ ਰੂਪ ਗ੍ਰੰਥ ਜੀ ਜਾਨ, ਜਾਮੈ ਭੇਦ ਨ ਰੰਚਕ ਮਾਨ। ਰੋਮ ਰੋਮ ਅਖਰ ਸੋ ਲਹੋ, ਇੱਕ ਇੱਕ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ, ਤੇਰੇ ਗੁਰੂ ਦਾ ਰੋਮ ਹੀ। ਰੋਮ ਰੋਮ ਅਖਰ ਸੋ ਲਹੋ, ਬਾਤ ਯਥਾਰਥ ਤੁਮ ਸੋ ਕਹੋ। ਮੈਂ ਵਿੱਚੋਂ ਵਿੱਚੋਂ ਅਰਜ਼ ਕਰ ਰਿਹਾ, ਤੀਸਰਾ ਕਿਹੜਾ ਰੂਪ ਹੈ? ਕਹਿਣ ਲੱਗੇ, ਤੀਸਰਾ ਰੂਪ ਸਿੱਖ ਹੈ ਮੋਰ, ਤੀਜਾ ਰੂਪ ਮੇਰਾ ਸਿੱਖ ਹੈ। ਕਿਹੜਾ ਜੀ? ਸਾਹਿਬ ਕਹਿਣ ਲੱਗੇ, ਉਹ ਗੁਰਬਾਣੀ ਰਤ ਨਿਸ ਅਰ ਭੋਰ। ਨਿਸ ਦਰ ਤੇ ਰਾਤ, ਭੋਰ ਦਰ ਤੇ ਦਿਨ। ਜਿਹੜਾ ਸਿੱਖ ਦਿਨ ਤੇ ਰਾਤ ਬਾਣੀ ਵਿੱਚ ਰੰਗਿਆ ਰਹਿੰਦਾ, ਉਹ ਵੀ ਮੇਰੇ ਰੂਪ। ਸਾਹਿਬ ਕਹਿਣ ਲੱਗੇ, ਮੇਰੇ ਵਾਹਿਗੁਰੂ ਜੀ, ਜਿਹਨੂੰ ਤੂੰ ਤਤ ਗਿਆਨ ਬਖਸ਼ ਦੇਣਾ, ਉਹਦਾ ਹਿਰਦਾ ਸ਼ੀਤਲ ਹੈ, ਸ਼ੀਤਲੰਤ ਰਿਦਿਅੰਗ, ਉਹਦਾ ਹਿਰਦਾ ਦਿੱਤੇ ਸ਼ੀਤਲ ਹੈ, ਦ੍ਰਿੜ ਸੰਤ ਗਿਆਨੰਗ। ਉਹਨੇ ਰੱਬ ਦੇ ਪਿਆਰੇ ਗੁਰਮੁਖ ਸੰਤ ਜਨਾਂ ਤੋਂ ਤਤ ਗਿਆਨ ਦੀ ਪ੍ਰਾਪਤੀ ਕੀਤੀ ਸੰਗਤ ਕਰ ਕਰਕੇ। ਪਰ ਕਿਹੜਾ ਬ੍ਰਹਮ ਗਿਆਨੀ ਹੈ? ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਜਿਹਨੂੰ ਗਿਆਨ ਮਿਲ ਜਾਏ। ਗੁਰਦੇਵ ਕਹਿੰਦੇ ਨੇ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਬਛਾਣਾ ਬੂਝੈ ਸੋਏ। ਗੁਰ ਪ੍ਰਸਾਦ ਕਰੈ ਵਿਚਾਰ ਸੋ ਗਿਆਨੀ, ਦਰਗਹਿ ਪ੍ਰਵਾਨ। ਤੇ ਫਿਰ ਜਿਹੜਾ ਗਿਆਨੀ ਬਣ ਜਾਂਦਾ ਹੈ ਨਾ, ਉਹ ਇੰਨਾ ਕੁ ਤਤ ਬੇਤਾ ਬਣ ਜਾਂਦਾ ਹੈ, ਨਾ ਉਹਨੂੰ ਵਕਾਰਾਂ ਦਾ ਭੈ ਜੇ, ਨਾ ਦੁਨੀਆ ਦਾ ਭੈ, ਨਾ ਕਿਸੇ ਰਾਜੇ ਦਾ ਭੈ, ਨਾ ਕਿਸੇ ਅਮੀਰ ਦਾ ਭੈ, ਨਾ ਕਿਸੇ ਵਜ਼ੀਰ ਦਾ ਭੈ। ਫਿਰ ਗੁਰੂ ਤੇਗ ਬਹਾਦਰ ਜੀ ਦੇ ਮੁਤਾਬਕ ਗਿਆਨੀ ਹੋਵੇ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਉ ਨਾਨਕ ਸੁਨ ਰੇ ਮਨਾ ਗਿਆਨੀ ਤਾਏ ਬਖਾਨ। ਉਹ ਗਿਆਨਵਾਨ ਹਜ਼ੂਰ ਅੱਗੇ ਕਹਿੰਦੇ ਨੇ, ਫਿਰ ਜਿਹਨੂੰ ਤਤ ਮਿਲ ਗਿਆ, ਰਹੰਤ ਜਨਮੰਗ, ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਉਹ ਜਨਮ ਮਰਨ ਤੋਂ ਰਹਿਤ ਹੈ। ਕਈ ਵਾਰੀ ਫਿਰ ਸਵਾਲ ਉੱਠਦਾ, ਜਿਹੜੇ ਗੁਰਮੁਖ ਜਨ ਨੇ, ਇਹਨਾਂ ਦਾ ਜਨਮ ਕਿਉਂ ਹੈ? ਇਹ ਕਿਉਂ ਹੁੰਦੇ ਨੇ? ਤੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਭਲਿਆ
ਇਹ ਕਰਮ ਭੋਗਣ ਨਹੀਂ ਆਉਂਦੇ, ਇਹ ਕਰਮਾਂ ਦੇ ਮਾਰੇ ਨਹੀਂ ਆਉਂਦੇ। ਇਹਨਾਂ ਦੇ ਆਉਣ ਦਾ ਭਾਵ ਵੀ ਹੁਣ ਹਸਪਤਾਲ ਦੇ ਅੰਦਰ ਜਾਂਦੇ ਨੇ ਰੋਗੀ, ਜਿਹੜੇ ਵਿਚਾਰੇ ਤਕਲੀਫ ਦੇ ਮਾਰੇ ਨੇ, ਉਹ ਹੀ ਜਾਂਦੇ ਨੇ ਨਾ। ਤੇ ਜਾਂ ਜਾਂਦੇ ਨੇ ਉਹਨਾਂ ਦੇ ਸੰਬੰਧੀ, ਜਿਨ੍ਹਾਂ ਨੂੰ ਉਹਨਾਂ ਨਾਲ ਅੰਦਰੋਂ ਨੇਮ ਪਤਾ ਕਰਨ ਜਾਂਦੇ ਨੇ, ਅੰਦਰੋਂ ਦੁਖੀ ਉਹ ਵੀ ਨੇ, ਕਿਉਂਕਿ ਰਿਸ਼ਤੇਦਾਰ ਸਾਕ ਸੰਬੰਧੀ ਰੋਗੀ ਉਸ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਉਹ ਜਾਂਦੇ ਨੇ ਜਿਨ੍ਹਾਂ ਲੋਕਾਂ ਦੇ ਬਚਣ ਦੀ ਉਮੀਦ ਨਹੀਂ। ਤੇ ਜਾਂਦਾ ਡਾਕਟਰ ਵੀ ਉਸ ਹਸਪੀਟਲ ਦੇ ਅੰਦਰ ਹੈ, ਪਰ ਦੋਨਾਂ ਵਿੱਚ ਅੰਤਰ ਬੜਾ ਜੇ। ਇੱਕ ਰੋਗ ਦਾ ਮਾਰਿਆ ਜਾਂਦਾ, ਇੱਕ ਰੋਗ ਨੂੰ ਠੀਕ ਕਰਨ ਵਾਸਤੇ ਜਾਂਦਾ ਹੈ। ਸੰਸਾਰ ਦੀ ਖੇਡ ਐਸੀ, ਉਹਦੇ ਆਉਣ ਦਾ ਕਾਰਨ ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਰਹੰਤ ਜਨਮੰ, ਉਹ ਜਨਮ ਮਰਨ ਤੋਂ ਰਹਿਤੇ, ਸਭ ਕਹਿਣ ਲੱਗੇ ਫਿਰ ਹਰ ਦਰਸ਼ ਲੀਣਾ, ਉਹ ਮੇਰੇ ਪ੍ਰਭੂ ਦੇ ਦਰਸ਼ਨਾਂ ਵਿੱਚ ਲੀਨ ਹੋ ਜਾਂਦਾ ਹੈ, ਪਿਆਰੇ ਦੇ ਦਰਸ਼ਨਾਂ ਵਿੱਚ ਮਗਨ ਹੈ, ਉਹ ਪ੍ਰੀਤਮ ਦੀ ਦੀਦਾਰ ਵਿੱਚ ਬੈਠਾ ਹੈ। ਬਾਜੰਤ ਨਾਨਕ ਸ਼ਬਦ ਬੀਣਾ, ਜਦੋਂ ਉਹ ਨੇਤਰ ਮੁੰਦਦਾ ਹੈ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਬਾਜੰਤ, ਉਹਦੇ ਅੰਦਰ ਵੱਜਦੀ ਏ। ਕੀ ਵੱਜਦੀ ਏ? ਇੱਕ ਨਾਮ ਦੀ ਬੀਣਾ, ਆਨੰਦ ਸ਼ਬਦ ਦੀ ਬੀਣਾ। ਤੇ ਉਹ ਨਾਮ ਦੇ ਵਿੱਚ ਇੰਨਾ ਕੁ ਗੁੜਾਉਂਦੇ, ਬਾਹਰ ਜਿਤਨਾ ਮਰਜੀ ਰੌਲਾ ਹੋਵੇ ਉਹ ਆਪਣੇ ਅੰਦਰ ਨੂੰ ਟਿਕਾ ਕੇ ਬੈਠਾ ਰਹਿੰਦਾ। ਤੇ ਜਿਹਦਾ ਅੰਦਰ ਟਿਕ ਗਿਆ ਪਿਆਰਿਓ, ਉਹਦੇ ਤੇ ਗੁਰੂ ਦੀ ਕਿਰਪਾ ਤੇ ਟਿਕਿਆ ਹੋਇਆਂ ਦੇ ਵਿੱਚ ਕੁਝ ਤੱਤ ਮਿਲਦਾ ਹੈ। ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ, ਇੱਕ ਮੱਖਣ ਨੂੰ ਪਾਣ ਲਈ ਇੰਨਾ ਟਿਕਾਓ ਚਾਹੀਦਾ ਹੈ। ਇੱਕ ਮੱਖਣ ਦੀ ਪ੍ਰਾਪਤੀ ਲਈ ਵੀ ਇੱਕ ਰਾਤ ਇੰਤਜ਼ਾਰ ਕਰਨੀ ਪੈਂਦੀ ਹੈ, ਜਾਗ ਲਾ ਕੇ ਕਿ ਟਿਕ ਜਾਏਗਾ, ਜੰਮ ਜਾਏਗਾ, ਫਿਰ ਤਦ ਦੀ ਪ੍ਰਾਪਤੀ ਹੈ। ਤੇ ਪਿਆਰਿਆ, ਜਿਹੜੇ ਹਿਰਦੇ ਟਿਕ ਗਏ ਨੇ ਨਾ, ਉਹਨਾਂ ਤੇ ਗੁਰੂ ਕੀ ਕਿਰਪਾ ਹੈ, ਟਿਕੇ ਹੋਈ ਕੁਝ ਲੈ ਲੈਂਦੇ ਨੇ। ਗੁਰੂ ਬਖਸ਼ਿਸ਼ ਕਰੇ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।